रुड़के का एक नौजवान है जिसका नाम करण है। इंटरनेशनल इस टाइम प्लेयर बन चुका है। शौक बचपन तो ही सीगा खेडन का फुटबॉल? हाँ जी, बचपन तो ही सीगा शौक। तो फिर घर गरीबी करके फिर किट नहीं लै सकते सी। फिर YFC वाले ने आप कहा भी तू इत्थे आके खेल। इंटरनेशनल खेडन का किवें सबब बनया? YFC वाले ने मदद की तुहाडी? हाँ जी, थोड़ी जी YFC वाले ने की है, फिर थोड़ी जी मैं अपनी मेहनत भी की है जी। की मेहनत की काम की करते हो? ਹੁਣ ਤਾਂ ਜੀ ਮੈਂ ਕੋਈ ਨਹੀਂ ਕਰਦਾ ਉੱਦਾਂ। ਦਿਵਾਲੀ ਤੇ ਦੀਵੇ ਜਿੱਦਾਂ ਵੇਚ ਬੂਚ ਕੇ ਮਤਲਬ ਪੈਸੇ ਜਿਹੜੇ ਆਉਂਦੇ ਉਹ ਘਰ ਦਾ ਜਿੱਦਾਂ ਖਰਚਾ ਚਲਾ ਲਈਦਾ। ਥੋੜ੍ਹੀ ਕਿੱਟ ਲੈ ਲਈਦੀ ਹੈ, ਜਿੱਦਾਂ ਫੁੱਟਬਾਲ ਕਿੱਟ ਕੋਈ। ਪਰਿਵਾਰ ਦੇ ਵਿੱਚ ਹੋਰ ਕੋਈ ਕੰਮ ਕਰਦਾ ਹੈ ਜੀ? ਹੋਰ ਕੋਈ ਨਹੀਂ ਜੀ ਕਰਦਾ ਜੀ। ਡੈਡੀ ਜਿਹੜੇ ਆ ਉਹ ਜਿੱਦਾਂ ਬੈੱਡ ਰੈਸਟ ਕਰਦੇ, ਜਿੱਦਾਂ ਕਿ ਉਹਨਾਂ ਨੂੰ ਬ੍ਰੇਨ ਅਟੈਕ ਹੈ। ਤੇ ਮੰਮੀ ਹਾਊਸ ਵਾਈਫ ਆ। ਕਿੰਨੇ ਸਾਲ ਪਹਿਲਾਂ ਉਹਨਾਂ ਨੂੰ ਅਟੈਕ ਆਇਆ ਸੀ? ਇਹ 15 ਤੋਂ 17 ਸਾਲ ਪਹਿਲਾਂ ਆਇਆ ਸੀ ਜੀ। ਅੱਛਾ, ਉਦੋਂ ਤੋਂ ਬੈੱਡ ਰੈਸਟ ਤੇ ਨੇ? ਹਾਂਜੀ, ਬੈੱਡ ਰੈਸਟ ਤੇ ਜੀ। ਤੇ ਉਹਨਾਂ ਦੀ ਪੈਨਸ਼ਨ ਆਉਂਦੀ ਹੈ? ਹਾਂਜੀ, ਉਹਨਾਂ ਦੀ ਪੈਨਸ਼ਨ ਜਿੱਦਾਂ ਉਹਨਾਂ ਦੀ ਨਹੀਂ ਲੱਗੀ ਸੀ ਜੀ। ਉਹਨਾਂ ਨੇ ਬੈਂਕ ਵਾਲਿਆਂ ਨੇ ਵੀ ਕਹਿ ਦਿੱਤਾ ਵੀ ਇਹ ਸਾਈਨ ਨਹੀਂ ਕਰ ਸਕਦੇ, ਫਿਰ ਇਹਨਾਂ ਨੂੰ ਪੈਨਸ਼ਨ ਨਹੀਂ ਦਿੱਤੀ ਜਾਣੀ। जी, आज तक अप्रॉक्स 19 to 20 प्लेयर्स है जो इंडिया तक खेले हैं, चाहे वो इंडिया अंडर-16 हो या फिर इंडिया नेशनल टीम हो। अनवर अली है जो इंडियन नेशनल टीम में खेला है, जो मुंबई सिटी में भी खेला है, इंडिया टीम में भी खेला है और काफ़ी दूसरे आई लीग और ISL क्लब्स में भी उसने पार्टिसिपेट किया और ही हैज़ प्लेड फॉर अ लॉट ऑफ क्लब्स। सो एक पूरी टीम को यहाँ से दोहा तक लेकर जाना, किट देना, 4 महीने की ट्रेनिंग और सब कुछ मिला के अप्रॉक्स नियरली 7 से 8 लाख रुपए लग गए थे YFC के। ਬਾਈ ਜੀ, ਇਸ ਅਕੈਡਮੀ ਤੋਂ ਤਾਂ ਤੁਸੀਂ ਬਹੁਤ ਸਿੱਖਿਆ ਹੈ, ਤੇ ਤੁਹਾਨੂੰ ਕਿਸੇ NGO ਵੱਲੋਂ ਜਾਂ ਫਿਰ ਸਰਕਾਰਾਂ ਵੱਲੋਂ ਵੀ ਕਿਸੇ ਤਰ੍ਹਾਂ ਦੀ ਮਦਦ ਹੈ? ਨਹੀਂ, ਇੱਦਾਂ ਦੀ ਤਾਂ ਕੋਈ ਨਹੀਂ ਮਦਦ ਜੀ। ਤੇ ਗੈਰੀ ਸੰਧੂ ਬਾਈ ਵੀ ਇਸੇ ਪਿੰਡ ਦਾ ਹੈ। ਗੈਰੀ ਸੰਧੂ ਬਾਈ ਨੂੰ ਮਿਲੇ ਹੋ ਜਾਂ ਖੇਡਦੇ ਹੋ ਉਹਨਾਂ? ਉਹ ਗੈਰੀ ਸੰਧੂ ਬਾਈ ਨੂੰ ਵੀ ਮਿਲੇ ਆ, ਤਾਂ ਉਹਨਾਂ ਨਾਲ ਖੇਡੇ ਸੀ ਪਹਿਲੋਂ, ਜਿੱਦਾਂ ਸੀਨੀਅਰ ਸੀਗੇ ਉੱਦਾਂ। ਹੁਣ ਤਾਂ ਬਾਈ ਬਾਹਰ ਜਿੱਦਾਂ ਸ਼ੋਅ ਲਾਉਂਦੇ ਆ ਜੀ। ਜ਼ਿੰਦਗੀ 'ਚ ਕਾਮਯਾਬੀ ਐਵੇਂ ਹੀ ਨਹੀਂ ਮਿਲਦੀ। ਬਹੁਤ ਸਾਰੀਆਂ ਔਕੜਾਂ ਦੇ ਵਿੱਚੋਂ ਲੰਘਣਾ ਪੈਂਦਾ ਹੈ, ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। रुड़के का एक नौजवान है जिसका नाम करण है। इंटरनेशनल इस टाइम प्लेयर बन चुका है। तो जेकर गल करिए दिवाली ते परिवार दीवे बेच के भी अपना गुजारा करता है। सो साडे नाल करण है, उस नाल गलबात करते हैं। सत श्री अकाल भाई जी। ਸਤਿ ਸ਼੍ਰੀ ਅਕਾਲ ਜੀ। भाई जी, इस अकैडमी ਦੇ ਵਿੱਚ ਤੁਹਾਨੂੰ ਖੇਡਦਿਆਂ ਨੂੰ ਕਿੰਨਾ ਸਮਾਂ ਹੋ ਗਿਆ? ਇਸ ਅਕੈਡਮੀ YFC ਅਕੈਡਮੀ 'ਚ ਮੈਂ ਖੇਡਦਾ ਹਾਂ ਅਤੇ ਮੈਨੂੰ ਲਗਭਗ 3 ਤੋਂ 3.5 ਸਾਲ ਹੋ ਗਏ ਆ ਖੇਡਦੇ। ਸ਼ੌਕ ਬਚਪਨ ਤੋਂ ਹੀ ਸੀਗਾ ਖੇਡਣ ਦਾ ਫੁੱਟਬਾਲ? ਹਾਂਜੀ, ਬਚਪਨ ਤੋਂ ਹੀ ਸੀਗਾ ਸ਼ੌਂਕ। ਤਾਂ ਫਿਰ ਘਰ ਗਰੀਬੀ ਕਰਕੇ ਫਿਰ ਕਿੱਟ ਨਹੀਂ ਲੈ ਸਕਦੇ ਸੀ। ਫਿਰ YFC ਵਾਲਿਆਂ ਨੇ ਆਪ ਕਿਹਾ ਵੀ ਤੂੰ ਇੱਥੇ ਆ ਕੇ ਖੇਲ। ਕਿੰਨਾ ਸਮਾਂ ਹੋ ਗਿਆ? ਮਤਲਬ ਪਰਿਵਾਰ ਦੇ ਵਿੱਚੋਂ ਹੋਰ ਵੀ ਖੇਡਦਾ ਹੈ ਕੋਈ? ਨਹੀਂ, ਪਰਿਵਾਰ ਵਿੱਚੋਂ ਪਹਿਲਾਂ ਛੋਟਾ ਭਰਾ ਖੇਡਦਾ ਸੀ। ਹੁਣ ਜਿੱਦਾਂ ਸਟੱਡੀ ਵੱਲ ਜ਼ਿਆਦਾ ਧਿਆਨ ਦਿੱਤਾ ਉਹਨੇ। ਫਿਰ ਉਹਨੂੰ ਮੈਂ ਕਿਹਾ ਸੀ ਵੀ ਖੇਲ। ਹੁਣ ਉਹ ਕਹਿੰਦਾ ਵੀ ਮੈਂ ਵੀ ਤੇਰੇ ਵਾਂਗੂ ਹੀ ਖੇਲੂੰਗਾ, ਮੈਂ ਵੀ ਗਾਂਹ ਜਾ ਕੇ ਇੱਦਾਂ ਇੰਟਰਨੈਸ਼ਨਲ ਖੇਲੂੰਗਾ ਜਾ ਕੇ। ਬਿਲਕੁਲ। ਤੇ ਇੰਟਰਨੈਸ਼ਨਲ ਖੇਡਣ ਦਾ ਕਿਵੇਂ ਸਬਬ ਬਣਿਆ? YFC ਵਾਲਿਆਂ ਨੇ ਮਦਦ ਕੀਤੀ ਤੁਹਾਡੀ? ਹਾਂਜੀ, ਥੋੜ੍ਹੀ ਜੀ YFC ਵਾਲਿਆਂ ਨੇ ਕੀਤੀ ਆ, ਫਿਰ ਥੋੜ੍ਹੀ ਜੀ ਮੈਂ ਆਪਣੀ ਮਿਹਨਤ ਵੀ ਕੀਤੀ ਆ ਜੀ। ਕੀ ਮਿਹਨਤ ਕੀ ਕੰਮ ਕੀ ਕਰਦੇ ਹੋ? ਹੁਣ ਤਾਂ ਜੀ ਮੈਂ ਕੋਈ ਨਹੀਂ ਕਰਦਾ ਉੱਦਾਂ। ਦਿਵਾਲੀ ਤੇ ਦੀਵੇ ਜਿੱਦਾਂ ਵੇਚ ਬੂਚ ਕੇ ਮਤਲਬ ਪੈਸੇ ਜਿਹੜੇ ਆਉਂਦੇ ਉਹ ਘਰ ਦਾ ਜਿੱਦਾਂ ਖਰਚਾ ਚਲਾ ਲਈਦਾ। ਥੋੜ੍ਹੀ ਕਿੱਟ ਲੈ ਲਈਦੀ ਹੈ, ਜਿੱਦਾਂ ਫੁੱਟਬਾਲ ਕਿੱਟ ਕੋਈ। ਹਾਂਜੀ। ਤੇ ਉਸ ਦੇ ਨਾਲ ਜਿਹੜਾ ਗੁਜ਼ਾਰਾ ਹੋ ਜਾਂਦਾ? ਕਿੰਨੀ ਕੁ ਕਮਾਈ ਹੈ ਮਹੀਨੇ ਦੀ ਤੁਹਾਡੀ? ਮਹੀਨੇ ਦੀ 9 ਮੇਰੀ ਜਿੱਦਾਂ ਸਿਸਟਰ ਆ ਜੋ ਕਿ YFC ਵਿੱਚ ਲੱਗੀ ਹੈ, ਅਤੇ YFC ਵੱਲੋਂ ਉਹਨੂੰ 5000 ਦਿੱਤਾ ਜਾਂਦਾ ਹੈ। ਥੋੜ੍ਹੀ ਜਿਹੀ ਪੈਨਸ਼ਨ ਮਿਲਾ ਕੇ ਮਤਲਬ 7000 ਹੋ ਜਾਂਦਾ ਮਹੀਨੇ ਦਾ। ਪਰਿਵਾਰ ਦੇ ਵਿੱਚ ਹੋਰ ਕੋਈ ਕੰਮ ਕਰਦਾ ਹੈ ਜੀ?
ਹੋਰ ਕੋਈ ਨਹੀਂ ਜੀ ਕਰਦਾ ਜੀ। ਡੈਡੀ ਜਿਹੜੇ ਆ ਉਹ ਜਿੱਦਾਂ ਬੈੱਡ ਰੈਸਟ ਕਰਦੇ, ਜਿੱਦਾਂ ਕਿ ਉਹਨਾਂ ਨੂੰ ਬ੍ਰੇਨ ਅਟੈਕ ਹੈ। ਅਤੇ ਮੰਮੀ ਹਾਊਸ ਵਾਈਫ ਆ। ਹਾਂਜੀ। ਕਿੰਨੇ ਸਾਲ ਪਹਿਲਾਂ ਉਹਨਾਂ ਨੂੰ ਅਟੈਕ ਆਇਆ ਸੀ? ਇਹ 15 ਤੋਂ 17 ਸਾਲ ਪਹਿਲੋਂ ਹੋਇਆ ਸੀ ਜੀ। ਅੱਛਾ, ਉਦੋਂ ਤੋਂ ਬੈੱਡ ਰੈਸਟ 'ਤੇ ਨੇ? ਹਾਂਜੀ, ਬੈੱਡ ਰੈਸਟ 'ਤੇ ਹੈ ਜੀ। ਅਤੇ ਉਹਨਾਂ ਦੀ ਪੈਨਸ਼ਨ ਆਉਂਦੀ ਹੈ? ਹਾਂਜੀ, ਉਹਨਾਂ ਦੀ ਪੈਨਸ਼ਨ ਜਿੱਦਾਂ ਉਹ ਉਹਨਾਂ ਦੀ ਨਹੀਂ ਲੱਗੀ ਸੀ ਜੀ। ਉਹਨਾਂ ਨੇ ਬੈਂਕ ਵਾਲਿਆਂ ਨੇ ਵੀ ਕਹਿ ਦਿੱਤਾ ਵੀ ਇਹ ਸਾਈਨ ਨਹੀਂ ਕਰ ਸਕਦੇ, ਫਿਰ ਇਹਨਾਂ ਨੂੰ ਪੈਨਸ਼ਨ ਨਹੀਂ ਦਿੱਤੀ ਜਾਣੀ। ਅਤੇ ਫਿਰ ਉਸ ਕਰਕੇ ਸਾਡੇ 3 ਹੀ ਭੈਣ ਭਰਾਵਾਂ 'ਤੇ ਲੱਗ ਗਈ ਸੀ ਉਹ ਪੈਨਸ਼ਨ, ਜਿਹੜੀ ਪਾਪਾ ਦੀ ਆਉਂਦੀ ਸੀ ਮੇਰੇ ਦੀ। ਅਤੇ ਇੰਨੇ ਪੈਸੇ ਦੇ ਨਾਲ ਗੁਜ਼ਾਰਾ ਹੋ ਜਾਂਦਾ, ਕਿਉਂਕਿ ਇੱਕ ਪਲੇਅਰ ਨੂੰ ਖੁਰਾਕ ਵੀ ਬਹੁਤ ਸਾਰੀ ਚਾਹੀਦੀ ਹੁੰਦੀ ਹੈ। ਹਾਂਜੀ ਹਾਂਜੀ, ਹੁਣ ਫਿਰ ਗੁਜ਼ਾਰਾ ਤਾਂ ਜੀ ਕਰਨਾ ਹੀ ਪੈਣਾ ਜੀ, ਜਿੱਦਾਂ ਔਖਾ ਸੌਖਾ। ਗਾਂਹ ਜਾ ਕੇ ਵੀ ਜਾਂ ਪ੍ਰੋਫੈਸ਼ਨਲ ਪਲੇਅਰ ਬਣੂਗਾ ਫਿਰ ਤਾਂ ਜੀ ਹੋ ਜਾਊਗਾ ਘਰ ਦਾ ਗੁਜ਼ਾਰਾ। ਕਿਹੜੇ ਕਿਹੜੇ ਲੈਵਲ 'ਤੇ ਤੁਸੀਂ ਜਿਹੜੀ ਹੈ ਗੇਮ ਖੇਡ ਚੁੱਕੇ ਹੋ? ਮੈਂ ਸਟੇਟ ਵੀ ਖੇਡ ਲਈ ਹੈ ਜੀ। ਮੈਂ ਪੰਜਾਬ ਲੀਗ ਵੀ ਖੇਲ ਚੁੱਕਾ ਹਾਂ, ਜੋ ਕਿ JCT ਫਗਵਾੜਾ ਵੱਲੋਂ। ਫਿਰ YFC ਵੱਲੋਂ ਮੈਂ ਹੁਣ ਸਟਰੀਟ ਚਾਈਲਡ ਵਰਲਡ ਕੱਪ ਵੀ ਖੇਲ ਆਇਆ ਜੀ। ਹਾਂਜੀ। ਕਿਹੜੀ ਕੰਟਰੀ ਦੇ ਵਿੱਚ ਸੀਗਾ ਹੋਇਆ? ਉਹ ਦੋਹਾ, ਕਤਰ ਜੀ। ਅੱਛਾ, ਅਤੇ ਇੰਟਰਨੈਸ਼ਨਲ ਜਦੋਂ ਗਏ ਖਰਚਾ ਵੀ ਬਹੁਤ ਸਾਰਾ ਹੋਇਆ ਹੋਵੇਗਾ, ਕਿੰਨਾ ਕੁ ਖਰਚਾ ਹੋ ਗਿਆ? ਇਹਨਾਂ ਦਾ ਜੀ ਸਾਰਾ YFC ਵਾਲਿਆਂ ਨੇ ਜਿੰਨਾ ਵੀ ਖਰਚਾ ਜੀ ਇਹਨਾਂ ਨੇ ਕੀਤਾ ਸੀ ਜੀ। ਬਿਲਕੁਲ, YFC ਤੋਂ ਕੋਚ ਹਰਸ਼ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ, ਕਿਉਂਕਿ ਬਾਈ ਜੀ ਨੂੰ ਬਹੁਤੀ ਨੌਲੇਜ ਨਹੀਂ ਹੈ ਕਿ ਕਿੰਨਾ ਕੁ ਖਰਚਾ ਹੋਇਆ। ਸੋ ਹਰਸ਼ ਜੀ, ਇੱਕ ਬਹੁਤ ਵਧੀਆ ਪਲੇਅਰ ਇਸ ਅਕੈਡਮੀ ਦੇ ਵਿੱਚੋਂ ਨਿਕਲਿਆ, ਅਤੇ ਹੋਰ ਵੀ ਪਲੇਅਰ ਵੀ ਇੱਥੋਂ ਨਿਕਲੇ ਹੋਣਗੇ? जी, आज तक अप्रॉक्स 19 to 20 प्लेयर्स है जो इंडिया तक खेले, चाहे वो इंडिया अंडर 16 हो या फिर इंडिया नेशनल टीम हो। अनवर अली है जो इंडियन नेशनल टीम में खेला है, जो मुंबई सिटी में भी खेला है, इंडिया टीम में भी खेला है, और काफ़ी दूसरे आई लीग और ISL क्लब्स में भी उसने पार्टिसिपेट किया, और ही हैज़ प्लेड फॉर अ लॉट ऑफ क्लब्स। या बिल्कुल। करण ਜਦੋਂ ਦੋਹਾ कतर गया, कितना का खर्चा हो गया ਉੱਥੇ? सो एक पूरी टीम को यहाँ से दोहा तक लेकर जाना, किट देना, 4 महीने की ट्रेनिंग और सब कुछ मिला के अप्रॉक्स नियरली 7 से 8 लाख रुपए लग गए थे YFC के 10 प्लेयर्स को यहाँ पर रखना, रोज़ का उनका डाइट, रहना करना, कोचिंग इक्विपमेंट्स, कोचिंग का खर्चा, काफ़ी कुछ करके इन लोगों को हाइड्रोथेरेपी के लिए स्विमिंग पूल लेकर जाना, जिम सेशंस करना। सो अ लॉट ऑफ फिजियो है, फिजियोथेरेपिस्ट या स्पोर्ट्स साइंस यूज़ करके इनकी टेस्ट्स, ग्राउंड पर टेस्ट करना। तो अ लॉट ऑफ थिंग्स थी उसमें, जिसमें ये सारा खर्चा YFC ने हैज़ बीन स्पेंडिंग, एंड फॉर द एट द एंड ऑफ द डे वो बेटरमेंट ऑफ द प्लेयर डेवलपमेंट, सो दैट वो आगे जाकर जैसे करण और आज तक जितने प्लेयर सिलेक्ट हुए दूसरी अकेडमीज़ में जाकर सिलेक्ट हो और आगे जाकर खेले कहीं पर। बिल्कुल। करण किहो जिहा प्लेयर है, वधिया गेम करता है जी। करण गोलकीपर खेलता है। सो काफ़ी जब वो गेम खेल रहा था तो काफ़ी मैचेस में सेव्स करें। उससे हमने उसकी ब्रेवरी और गेम के अंदर उसने जितना भी एफर्ट डाला है, दैट हैज शोड के he can prove himself a lot more। ਕਿੰਨੇ ਸਾਲ ਹੋ ਗਏ ਇੱਥੇ ਅਕੈਡਮੀ ਦੇ ਵਿੱਚ ਉਸ ਨੂੰ ਖੇਡਦੇ ਨੂੰ? ਕਿੰਨੀ ਕੁ ਮਿਹਨਤ ਕਰਦਾ ਹੈ, ਕਿਉਂਕਿ ਗਰਾਊਂਡ ਦੇ ਵਿੱਚ ਟਾਈਮ ਲਗਾਉਣਾ ਬਹੁਤ ਜ਼ਰੂਰੀ ਹੁੰਦਾ ਹੈ? जी। सो इन लोगों की रोज़ मंडे टू फ्राइडे और मंडे टू सैटरडे सेशंस होते हैं। शाम को जब ये स्ट्रीट चाइल्ड की प्रिपरेशन चल रही थी तो इनके मॉर्निंग और इवनिंग 1.5 आवर 90 मिनट्स के सेशन लगते थे। सो इट कैन बी थियरी सेशन हफ्ते में एक बार, और अदरवाइज़ ग्राउंड पर सेशन या टैक्टिकल सेशन या वीडियो एनालिसिस सेशन, ये सारे सेशंस चलते थे। तो ये नियरली 4 मंथ्स इसके लिए था। उसके अलावा जैसे वो बोल रहा है 3.5 to 4 years वो प्रॉपर ट्रेनिंग ले रहा है। उसके अलावा आई एम श्योर वो यहाँ पर आकर, जैसे क्योंकि ये कम्युनिटी स्पेस है तो काफ़ी बच्चे आकर ऐसे ही खेलते हैं। सो दैट्स हाउ दे गेट इंटरेस्टेड इन फुटबॉल एंड स्पोर्ट्स। बिल्कुल। कोरोना दौरान तो काफ़ी मुश्किल होती होगी, उस टाइम तो ऑनलाइन ही रहते, स्टडी चल रही होगी एक तरह? जी। उस टाइम पर स्टॉप हो गया था, बट उस टाइम पर गेम तो नहीं, लेकिन बिकॉज YFC एक कम्युनिटी स्पेस है और कम्युनिटी क्लब है, तो YFC ने गांव में, रुड़का कलां में काफ़ी डेवलपमेंट करी, जैसे पॉन्ड क्लीनिंग करा और पेड़ लगाए और ब्लॉकेजेस करी ताकि इंटरनली स्प्रेड ना हो कोविड एंड ऑल, और बच्चों का, स्पेशली बच्चों को खाना ये वो वगैरह देना। तो काफ़ी YFC ने इस एरिया में काम किया है। बिल्कुल। इस तो इलावा, करण तो इलावा होर भी बच्चे ने जो कि
ਪੈਸੇ ਦੀ ਕਮੀ ਦੇ ਕਾਰਨ ਇਸ ਅਕੈਡਮੀ ਦੀ ਹੈਲਪ ਦੇ ਨਾਲ ਅੱਗੇ ਵਧ ਰਹੇ ਨੇ, ਪੰਜਾਬ ਦਾ ਨਾਂ ਪੂਰੇ ਵਰਲਡ ਦੇ ਵਿੱਚ ਰੌਸ਼ਨ ਕਰ ਰਹੇ ਨੇ। जी जी, सो मोस्टली YFC काम ही उन बच्चों के साथ करता है जो फाइनेंशियली स्टेबल नहीं है, और फाइनेंशियली जिनके मम्मी पापा या मम्मी मोस्टली एज मेड्स या एज दूसरों के घर पर नॉर्मल काम करने जाते हैं मोस्टली, और काफ़ी बच्चे हैं जो खुद भी कभी कभी तिहाड़ी करने जाते हैं। तो ये जो बच्चों का ग्रुप है जो कुछ भी अफोर्ड नहीं कर सकता, एक नॉर्मल किट या 300-400 रुपए के शूज़ भी अफोर्ड नहीं कर सकता, वही उन्हीं को हेल्प करता है YFC, वैसे ही प्लेयर्स को, ताकि वो आगे जाकर हम ग्रूम कर सके और वो खुद सेल्फ इंडिपेंडेंट और एम्पावर कर सके हम उनको। ਬਿਲਕੁਲ ਬਾਡੀ ਦੇ ਲਈ ਪ੍ਰੋਟੀਨ ਕੈਲਸ਼ੀਅਮ ਦੀ ਲੋੜ ਹੁੰਦੀ ਹੈ ਤੇ ਉਹ ਐਕੂਰੇਟ ਮਾਤਰਾ ਦੇ ਵਿੱਚ ਮਿਲੇ, ਤੇ ਕਿਉਂਕਿ ਇੱਕ ਜਦੋਂ ਪਲੇਅਰ ਖੇਡਦਾ ਹੈ ਗਰਾਊਂਡ ਦੇ ਵਿੱਚ ਤੇ ਉਸ ਨੂੰ ਜ਼ਿਆਦਾ એનર્ਜੀ ਦੀ ਲੋੜ ਪੈਂਦੀ ਹੈ, ਉਸ ਦੇ ਲਈ ਵੀ ਖੁਰਾਕ ਇੱਥੇ ਤੁਸੀਂ ਪ੍ਰੋਵਾਈਡ ਕਰਾਉਂਦੇ ਹੋ ਸਾਰੀ? या सो ये स्ट्रीट चाइल्ड टूर्नामेंट के लिए YFC ने प्रोवाइड किया था उनका ब्रेकफास्ट लंच डिनर, एक प्रॉपर उनका मील प्लान था, सुबह कितना देना है, कितना प्रोटीन, कितना कार्बोहाइड्रेट्स, कितना फैट्स, तो वो उस हिसाब से उनका एक मील प्लान था, एंड दैट इज़ हाउ वी हैव बीन गिविंग फूड टू देम। या ਜੀ ਬਿਲਕੁਲ। ਸੋ ਕਰਨ ਬਾਈ ਨਾਲ ਫਿਰ ਗੱਲ ਕਰਦੇ ਹਾਂ। ਬਾਈ ਜੀ, ਇਸ ਅਕੈਡਮੀ ਤੋਂ ਤਾਂ ਤੁਸੀਂ ਬਹੁਤ ਸਿੱਖਿਆ ਹੈ, ਤੇ ਤੁਹਾਨੂੰ ਕਿਸੇ NGO ਵੱਲੋਂ ਜਾਂ ਫਿਰ ਸਰਕਾਰਾਂ ਵੱਲੋਂ ਵੀ ਕਿਸੇ ਤਰ੍ਹਾਂ ਦੀ ਮਦਦ ਹੈ? ਨਹੀਂ ਜੀ, ਇੱਦਾਂ ਦੀ ਤਾਂ ਕੋਈ ਨਹੀਂ ਮਦਦ ਹੈ ਜੀ। ਤੇ ਗੈਰੀ ਸੰਧੂ ਬਾਈ ਵੀ ਇਸੇ ਪਿੰਡ ਦਾ ਹੈ, ਗੈਰੀ ਸੰਧੂ ਬਾਈ ਨੂੰ ਮਿਲੇ ਹੋ ਜਾਂ ਖੇਡਦੇ ਹੋ ਉਸ ਨਾਲ? ਉਹ ਗੈਰੀ ਸੰਧੂ ਬਾਈ ਨੂੰ ਵੀ ਮਿਲੇ ਆ, ਉਹਨਾਂ ਨਾਲ ਖੇਡੇ ਹੀ ਪਹਿਲੋਂ, ਜਿੱਦਾਂ ਸੀਨੀਅਰ ਸੀਗੇ ਉੱਦਾਂ। ਹੁਣ ਤਾਂ ਬਾਈ ਬਾਹਰ ਜਿੱਦਾਂ ਸ਼ੋਅ ਲਾਉਂਦੇ ਆ ਜੀ। ਹਾਂਜੀ ਬਿਲਕੁਲ। ਅਕੈਡਮੀ ਦੇ ਵਿੱਚ ਉਹ ਵੀ ਜਿਵੇਂ ਬਹੁਤ ਹੈਲਪਫੁਲ ਨੇ, ਉਹਨਾਂ ਨੇ ਵੀ ਇੱਥੇ ਕਿਸੇ ਦੀ ਮਦਦ ਕੀਤੀ ਹੈ? ਉਹਨਾਂ ਨੇ ਜੀ ਪਹਿਲੋਂ ਕੀਤੀ ਹੋਊਗੀ, ਮੈਨੂੰ ਇੰਨਾ ਪਤਾ ਨਹੀਂ ਜੀ। ਹਾਂਜੀ ਬਿਲਕੁਲ। ਤੇ ਸਰਕਾਰਾਂ ਦੇ ਵੱਲੋਂ ਤੁਹਾਨੂੰ ਉਮੀਦ ਹੈ ਕਿ ਕੋਈ ਮਦਦ ਕਰਨ ਤੱਕ ਕਿ ਹੋਰ ਵੀ ਪੰਜਾਬ ਦੇ ਨੌਜਵਾਨ ਤਰੱਕੀ ਕਰ ਸਕਦੇ ਨੇ? ਹਾਂਜੀ, ਜੇ ਸਰਕਾਰ ਜਿੱਦਾਂ ਥੋੜ੍ਹੀ ਜਿਹੀ ਪਲੇਅਰਾਂ ਦੇ ਜਿਹੜੇ ਜ਼ਿਆਦਾ ਜਿੱਦਾਂ ਗਰੀਬ ਆ, ਕਿੱਟ ਨਹੀਂ ਲੈ ਸਕਦੇ, ਉਹਨਾਂ ਦੀ ਥੋੜ੍ਹੀ ਜਿਹੀ ਮਦਦ ਕਰੂਗੀ ਤਾਂ ਮਤਲਬ ਕਿ ਜਿਹੜੇ ਗਰੀਬ ਆ ਉਹ ਗਾਂਹ ਵੱਧ ਕੇ ਜਦੋਂ ਵਧੀਆ ਖੇਲ ਸਕਦੇ ਆ ਪ੍ਰੋਫੈਸ਼ਨਲ। ਬਿਲਕੁਲ। ਤੁਹਾਡੇ ਨਾਲ ਹੋਰ ਵੀ ਮੁੰਡੇ ਹੋਣਗੇ, ਨੌਜਵਾਨ ਹੋਣਗੇ ਜਿਨ੍ਹਾਂ ਨੂੰ ਪੈਸੇ ਦੀ ਲੋੜ ਹੋਵੇਗੀ, ਹੋਰ ਵੀ ਨੌਜਵਾਨ ਨੇ ਇਹੋ ਜਿਹੇ? ਹਾਂਜੀ, ਇਹੋ ਜਿਹੇ ਤੇ ਜੀ ਹੈਗੇ ਆ ਜੀ ਬਹੁਤ ਨੌਜਵਾਨ, ਇੱਥੇ ਅਕੈਡਮੀ ਦੇ ਵਿੱਚ ਹੀ ਖੇਡਦੇ ਨੇ? ਹਾਂਜੀ, ਅਕੈਡਮੀ 'ਚ ਹੀ ਖੇਲਦੇ ਆ ਜੀ। ਤੇ ਉਹਨਾਂ ਦੇ ਫਰੈਂਡ ਸਰਕਲ ਦੇ ਵਿੱਚ ਉਹ ਰੁੜਕੇ ਤੋਂ ਹੀ ਨੇ? ਹਾਂਜੀ, ਰੁੜਕੇ ਤੋਂ ਹੀ ਹੈ ਜੀ। ਬਿਲਕੁਲ। ਤੇ ਉਹ ਕਿਸ ਲੈਵਲ ਤੱਕ ਖੇਡ ਹੋਏ ਨੇ? ਤੁਸੀਂ ਜਿਹੜਾ ਗੋਲਕੀਪਰ ਸ਼ੁਰੂ ਤੋਂ ਹੀ ਹੋ ਜਾਂ ਫਿਰ ਅੱਗੇ ਵੀ ਹੋਰ ਕੋਈ ਜਿਹੜਾ ਹੈ ਫਰੰਟ ਫੁੱਟ ਤੇ ਵੀ ਖੇਡੇ ਹੋ? ਨਹੀਂ, ਗੋਲਕੀਪਰ ਸ਼ੁਰੂ ਤੋਂ ਹੀ ਸ਼ੌਂਕ ਸੀ ਗੋਲਕੀਪਰ ਖੇਲਣ ਦਾ ਜੀ। ਜੀ ਬਿਲਕੁਲ। ਸੋ ਤੁਸੀਂ ਦੇਖ ਸਕਦੇ ਹੋ, ਕਰਨ ਨੌਜਵਾਨ ਹੈ ਰੁੜਕਾ ਕਲਾਂ ਦਾ। ਜੇਕਰ ਉਸ ਨੂੰ ਸਰਕਾਰਾਂ ਦੇ ਵੱਲੋਂ ਮਦਦ ਹੋ ਜਾਵੇ ਤਾਂ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਵੀ ਭਾਰਤ ਦਾ ਨਾਮ ਉਹ ਰੌਸ਼ਨ ਕਰ ਸਕਦਾ ਹੈ। ਸੋ ਹੁਣ ਦੇਖਣਾ ਹੋਵੇਗਾ ਕਿ ਸਰਕਾਰਾਂ ਕਿਹੋ ਜਿਹੀ ਇਸ ਦੀ ਮਦਦ ਕਰਦੀਆਂ ਨੇ, ਤੇ ਤਾਂ ਜੋ ਹੋਰ ਵੀ ਨੌਜਵਾਨ ਜਿਹੜਾ ਹੈ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਭਾਰਤ ਦਾ ਨਾਮ, ਪੰਜਾਬ ਦਾ ਨਾਮ ਰੌਸ਼ਨ ਕਰ ਸਕਣ। ਕੈਮਰਾ ਪਰਸਨ ਤਰੁਣ ਦੇ ਨਾਲ ਜਗਦੀਪ ਸਿੰਘ, HNI ਰੁੜਕਾ।